हेलो स्टूडेंट्स, आईएलटीएस ਦੇ ਵਿੱਚ ਰਾਈਟਿੰਗ ਟਾਸਕ 1 ਜਦੋਂ ਵੀ ਲਿਖਣਾ ਹੁੰਦਾ ਬਹੁਤ ਸਾਰੇ ਸਟੂਡੈਂਟਸ ਨੂੰ 20 ਮਿੰਟਸ ਵੀ ਬਹੁਤ ਘੱਟ ਲੱਗਦੇ ਆ ਜਸਟ ਬਿਕੋਜ਼ ਦੇ ਹੈਵ ਨਾਟ ਰਾਈਟ ਪਲਾਨ ਹਾਊ ਟੂ ਰਾਈਟ ਏ ਰਾਈਟਿੰਗ ਟਾਸਕ 1। ਸੋ ਮੋਸਟ ਆਫ ਦਾ ਟਾਈਮ ਸਟੂਡੈਂਟਸ ਜਿਹੜੇ ਆ ਕਨਫਿਊਜ਼ ਹੋ ਜਾਂਦੇ ਆ ਤੇ ਇਸ ਗੱਲੋਂ ਡਰਦੇ ਆ ਕਿ ਉਹਨਾਂ ਦੇ ਬੈਂਡਸ ਨਹੀਂ ਆਉਣੇ, ਜਿਸ ਦੇ ਕਰਕੇ ਬਹੁਤ ਸਾਰੇ ਸਟੂਡੈਂਟਸ ਕਾਹਲੀ ਕਰਕੇ ਤੇਜ਼ੀ ਦੇ ਨਾਲ ਸਪੀਡ ਦੇ ਨਾਲ ਰਾਈਟਿੰਗ ਟਾਸਕ 1 ਨੂੰ ਲਿਖਣਾ ਚਾਹੁੰਦੇ ਆ ਤੇ ਬਹੁਤ ਸਾਰੀਆਂ ਮਿਸਟੇਕਸ ਕਰਕੇ ਆਪਣੇ ਬੈਂਡ ਸਕੋਰ ਨੂੰ ਇੰਪਰੂਵ ਕਰਨ ਦੀ ਬਜਾਏ ਉਹਨੂੰ ਹੋਰ ਵੀ ਲੋਅਰ ਕਰ ਲੈਂਦੇ ਆ। ਸੋ ਸਟੂਡੈਂਟਸ ਅੱਜ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਡੈਫੀਨੇਟਲੀ ਮੈਂ ਤੁਹਾਨੂੰ ਗਾਰੰਟੀ ਨਾਲ ਕਹਿੰਦਾ 20 minutes will be more than enough for completing a writing task 1, because in this video I'm gonna give you a perfect method how you have to plan your writing task 1 before starting writing, and after planning that chart you can complete this task within 10 or 15 minutes. So students, before starting this video, first of all I would like to request you, if you like this video, please don't forget to like this and share it with others. If you like my content, please don't forget to subscribe my channel, and don't forget to download my Android app from the Google Play Store where you get a lot of free material. Students, now we will start how we have to understand and plan a writing task 1 so that you could complete it within 10 or 15 minutes. Let's get started. Chart ਆਇਆ ਸੀ introduction ਤੁਸੀਂ ਪੜ੍ਹ ਸਕਦੇ ਹੋ। The 2 bar chart show the proportion of 14 to 16 years old students studying a modern foreign language in an English speaking country and the top 3 popular foreign languages. ਦੋ charts ਦਿੱਤੇ ਹੋਏ ਆ। ਦੋ charts is first chart is about the percentage of students who studied a foreign language. So students the percentage ਦਿੱਤੀ ਹੈ, means we are given girls and boys percentage in two different years, in 1984 and 2007. In the second chart we are given the 3 languages which are studied by these girls and boys. So that languages are French, German and Spanish. So these are the top languages, same years 1984 and 2007. So first of all if we have to see that as you know that whenever we are given 2 years, ਜਦੋਂ ਵੀ ਸਾਨੂੰ 2 ਈਅਰ ਦਿੱਤੇ ਹੁੰਦੇ ਆ ਤੇ ਸਟੂਡੈਂਟ ਚਾਰਟ ਸਾਡਾ ਡਾਇਨਾਮਿਕ ਹੁੰਦਾ। ਇਟ ਮੀਨਸ ਕਿ ਵੀ ਹੈਵ ਟੂ pay attention to the trends. What are the trends? And number second, we are given 2 different genders, girls and boys. It means ਕੀ ਹੋ ਗਿਆ ਕਿ ਅਸੀਂ ਕੰਪੈਰੀਜ਼ਨ ਵੀ ਕਰਨਾ ਆ। ਸੋ ਫਸਟ ਆਫ ਆਲ ਅਗਰ ਆਪਾਂ ਪਲੈਨਿੰਗ ਦੇ ਵਿੱਚ ਦੇਖੀਏ ਤੇ ਯੂ ਕੈਨ ਸੀ ਜਿਹੜੇ ਸਾਡਾ ਗਰਲਸ ਵਾਲਾ ਪੋਰਸ਼ਨ ਹੈਗਾ ਸਟੂਡੈਂਟਸ, ਉਹ ਦੋਨੋਂ ਹੀ ਚਾਰਟਸ ਦੇ ਵਿੱਚ ਐਜ਼ ਕੰਪੇਅਰ ਟੂ ਬॉयਜ਼ ਜ਼ਿਆਦਾ ਆ। ਸੋ ਇਟ ਮੀਨਸ ਕਿ ਸਾਡਾ ਕੰਪੈਰੀਜ਼ਨ ਕੀ ਹੋ ਗਿਆ, ਜਿਹੜਾ ਪਰਸੈਂਟੇਜ ਆਫ ਜਿਹੜੀ ਦ ਪਰਸੈਂਟੇਜ ਆਫ ਗਰਲਸ ਹੂ ਸਟੱਡੀਡ ਲੈਂਗੁਏਜ ਵਾਜ਼ ਮੋਰ ਐਜ਼ ਕੰਪੇਅਰ ਟੂ ਬॉयਜ਼। ਐਂਡ ਨੰਬਰ ਸੈਕੰਡ ਤੇ ਤੁਸੀਂ ਦੇਖ ਸਕਦੇ ਆ ਕਿ ਜਿਹੜੀ ਪਰਸੈਂਟੇਜ ਆਫ ਗਰਲਸ ਆ 52 ਡਿਕਰੀਜ਼ ਹੋ ਕੇ ਇੱਥੇ ਚਲ ਗਈ ਆ, ਐਂਡ ਜਿਹੜੀ ਬॉयਜ਼ ਦੀ ਆ ਉਹ ਘਟ ਕੇ ਇੱਥੇ ਚਲ ਗਈ ਆ। ਸੋ ਓਵਰ ਦਾ ਪੀਰੀਅਡ ਅਗਰ ਆਪਾਂ ਟ੍ਰੈਂਡ ਦੀ ਗੱਲ ਕਰੀਏ ਤੇ ਸਟੂਡੈਂਟ ਉਹ ਸਾਡਾ ਕੀ ਹੋ ਜਾਊਗਾ, ਟ੍ਰੈਂਡ ਸਾਡਾ ਗਿਆ ਡਿਕਰੀਜ਼ ਦਾ। ਸੋ ਕੰਪੈਰੀਜ਼ਨ ਐਂਡ ਟ੍ਰੈਂਡ ਦੋਨੋਂ ਸਾਡੀ ਪਲੈਨਿੰਗ ਹੋ ਗਈ। ਜਿਹੜੀ ਗਰਲਸ ਦੀ ਪਰਸੈਂਟੇਜ ਆ ਉਹ ਜ਼ਿਆਦਾ ਸੀਗੀ ਐਂਡ ਬॉयਜ਼ ਦੀ ਪਰਸੈਂਟੇਜ ਐਜ਼ ਕੰਪੇਅਰ ਟੂ ਗਰਲਸ ਘੱਟ ਸੀਗੀ। ਓਵਰ ਦਾ ਪੀਰੀਅਡ ਦੋਨਾਂ ਦੀ ਪਰਸੈਂਟੇਜ ਡਿਕਰੀਜ਼ ਹੋਈ ਆ। ਇੱਕ ਲਾਈਨ ਦੇ ਵਿੱਚ ਇਹ ਗੱਲ ਖਤਮ ਹੋ ਜੂਗੀ। ਐਂਡ ਆਫਟਰ ਦੈਟ ਇਨ ਦ ਸੈਕੰਡ ਚਾਰਟ ਵੀ ਕੈਨ ਸੀ ਦੈਟ ਦ ਟੌਪ 3 ਲੈਂਗੁਏਜਸ ਜਿਹੜੀਆਂ ਕਿ ਐਕਚੁਅਲੀ ਸਟੂਡੈਂਟਸ ਦੇ ਦੁਆਰਾ ਜਾਂ ਗਰਲਸ ਐਂਡ ਬॉयਜ਼ ਦੇ ਦੁਆਰਾ ਪੜ੍ਹੀਆਂ ਜਾਂਦੀਆਂ, ਐਂਡ ਇਨ ਫਰੋਮ ਥੀਜ਼ ਆਊਟ ਆਫ ਥੀਜ਼ ਲੈਂਗੁਏਜਸ ਫ੍ਰੈਂਚ ਵਾਜ਼ ਦ ਮੋਸਟ ਰੈਡ ਲੈਂਗੁਏਜ। ਫ੍ਰੈਂਚ ਜਿਹੜੀ ਆ ਸਭ ਤੋਂ ਜ਼ਿਆਦਾ ਚੂਜ਼ ਕੀਤੀ ਜਾਣ ਵਾਲੀ ਲੈਂਗੁਏਜ ਹੈ। ਦੇਖੋ 1984 ਦੇ ਵਿੱਚ ਵੀ ਐਂਡ 2007 ਦੇ ਵਿੱਚ ਵੀ ਫ੍ਰੈਂਚ ਦਾ ਜਿਹੜਾ ਹੈ ਡਾਟਾ ਸਭ ਤੋਂ ਜ਼ਿਆਦਾ ਆ, ਫੋਲੋਡ ਬਾਈ ਜਰਮਨ। ਇਟ ਮੀਨਸ ਕਿ ਨੰਬਰ ਸੈਕੰਡ ਤੇ ਸਾਡੀ ਜਰਮਨ ਲੈਂਗੁਏਜ ਹੈਗੀ ਆ। ਓਵਰ ਦਾ ਪੀਰੀਅਡ ਅਗਰ ਆਪਾਂ ਦੇਖੀਏ ਸਟੂਡੈਂਟਸ ਤੇ ਇਹ ਦੋਨਾਂ ਦੀ ਜਿਹੜੀ ਲਰਨਿੰਗ ਪਰਸੈਂਟੇਜ ਆ ਆਲਮੋਸਟ ਡਿਕਰੀਜ਼ ਹੋਈ ਆ ਅਗੇਨ, ਬਟ ਓਨਲੀ ਦਾ ਸਪੈਨਿਸ਼ ਲੈਂਗੁਏਜ ਇਹੋ ਜਿਹੀ ਲੈਂਗੁਏਜ ਸੀਗੀ ਸਟੂਡੈਂਟਸ ਜਿਹਦੀ ਵਿੱਚ ਜਿਹਨੂੰ ਸਭ ਤੋਂ ਪਹਿਲਾਂ ਘੱਟ ਪੜ੍ਹਿਆ ਜਾਂਦਾ ਸੀ, ਬਟ ਓਵਰ ਦਾ ਪੀਰੀਅਡ ਦੇ ਵਿੱਚ ਇਨਕਰੀਜ਼ ਹੋ ਗਿਆ। ਸੋ ਸਾਡਾ ਚਾਰਟ ਪਲਾਨ ਹੋ ਗਿਆ ਕਿ ਫ੍ਰੈਂਚ language was the most popular language followed by German, but over the period their percentage decreased, but the Spanish language gained the popularity. So students, ਇਸ ਤਰੀਕੇ ਦੇ ਨਾਲ ਸਾਡਾ ਚਾਰਟ ਜਿਹੜਾ ਪਲਾਨ ਹੋ ਚੁੱਕਿਆ ਹੈ। I don't think that now you will face any difficulty whenever you have to write this chart, and I think within 10 minutes you can complete this task. You just have 2 sentences here, one for comparison and another for trend, and number second there you have almost 2 to 3 sentences here. First of all you have to write French is the most popular language followed by German language. Over the period their popularity decreased because the percentage of learners of these languages decrease हो गई है। नाल डाटा दे दूंगे। However the popularity of Spanish language increased over the period, but it was the least learnt language. So ਇਸ ਤਰੀਕੇ ਨਾਲ ਸਟੂਡੈਂਟ ਸਾਡਾ ਚਾਰਟ ਕੰਪਲੀਟ ਜਿਹੜਾ ਹੋ ਚੁੱਕਿਆ ਆ। ਇੱਕ ਐਗਜ਼ਾਮਪਲ ਹੋਰ ਲੈਣੇ ਇਸੇ ਤਰੀਕੇ ਦੇ ਨਾਲ। The chart is about the bar chart below shows the top 10 countries for the production and consumption of electricity. So ਇਸ ਚਾਰਟ ਦੇ ਵਿੱਚ ਸਾਨੂੰ ਸਿੰਪਲੀ ਕਹਿ ਲਈਏ 10 ਕੰਟਰੀਜ਼ ਦਿੱਤੀਆਂ ਹੋਈਆਂ ਐਂਡ ਉਹਨਾਂ 10 ਕੰਟਰੀਜ਼ ਦੀ ਸਾਨੂੰ ਪ੍ਰੋਡਕਸ਼ਨ ਐਂਡ ਕੰਜ਼ੰਪਸ਼ਨ ਆਫ ਇਲੈਕਟ੍ਰਿਸਿਟੀ ਦਿੱਤੀ ਹੋਈ ਆ ਇਨ 2014। ਸੋ ਇਟ ਮੀਨਸ ਕਿ ਸਾਨੂੰ 2 ਚੀਜ਼ਾਂ ਦਿੱਤੀਆਂ ਹੋ ਗਈਆਂ।
ਜਿਹੜੀ ਡਾਰਕ ਵਾਲੀ ਹੈ ਸਟੂਡੈਂਟਸ ਤੁਸੀਂ ਦੇਖ ਸਕਦੇ ਆ ਕਿ that is our production and which is light in light color that is our consumption। ਸੋ ਫਸਟ ਆਫ ਆਲ ਜਦੋਂ ਤੁਹਾਨੂੰ ਦੋ ਚੀਜ਼ਾਂ ਦਿੱਤੀਆਂ, ਜਿਵੇਂ ਪਿਛਲੇ ਚਾਰਟ ਦੇ ਵਿੱਚ ਤੁਹਾਨੂੰ ਬॉयਜ਼ ਐਂਡ ਗਰਲਸ ਦਿੱਤੇ ਸੀਗੇ, 3 ਲੈਂਗੁਏਜਸ ਦਿੱਤੀਆਂ ਸੀ, ਉਸੇ ਤਰੀਕਾ ਇਸ ਚਾਰਟ ਦੇ ਵਿੱਚ ਸਾਨੂੰ ਪ੍ਰੋਡਕਸ਼ਨ ਐਂਡ ਕੰਜ਼ੰਪਸ਼ਨ ਦਿੱਤੀ ਹੋਈ ਆ। ਐਂਡ ਅਗਰ ਤੁਸੀਂ ਚਾਰਟ ਨੂੰ ਓਵਰਆਲ ਪਰਸਪੈਕਟਿਵ ਤੋਂ ਦੇਖੋ ਤਾਂ ਸਟੂਡੈਂਟ ਹਰ ਇੱਕ ਕੰਟਰੀ ਦੇ ਵਿੱਚ ਡਾਰਕ ਲਾਈਨ ਜਿਹੜੀ ਹੈ ਤੁਸੀਂ ਦੇਖ ਸਕਦੇ ਆ ਆਲਮੋਸਟ ਮੋਰ ਦੈਨ ਐਜ਼ ਕੰਪੇਅਰ ਟੂ देयर ਲਾਈਟ ਲਾਈਨ। ਲਾਈਟ ਲਾਈਨ ਮੀਨਸ ਕਿ ਕੰਜ਼ੰਪਸ਼ਨ, ਐਕਸੈਪਟ ਜਰਮਨੀ। ਇਸ ਕੰਟਰੀ ਤੋਂ ਇਲਾਵਾ ਬਾਕੀ ਸਾਰੀਆਂ ਹੀ ਕੰਟਰੀਜ਼ ਦੇ ਵਿੱਚ ਜਿਹੜੀ ਡਾਰਕ ਲਾਈਨ ਆ ਉਹਨਾਂ ਦੀ ਲਾਈਟ ਲਾਈਨ ਦੇ ਨਾਲੋਂ ਜ਼ਿਆਦਾ ਹੈ, ਵਿਚ ਮੀਨਸ देयर ਪ੍ਰੋਡਕਸ਼ਨ ਇਜ਼ ਮੋਰ ਐਜ਼ ਕੰਪੇਅਰ ਟੂ ਕੰਜ਼ੰਪਸ਼ਨ। ਸੋ ਇੱਕ ਲਾਈਨ ਦੇ ਵਿੱਚ ਅਗਰ ਆਪਾਂ ਚਾਰਟ ਨੂੰ ਦੇਖੀਏ ਤੇ ਸਾਰੀਆਂ ਹੀ ਕੰਟਰੀਜ਼ ਦੇ ਵਿੱਚ ਕੀ ਆਪਾਂ ਦੇਖਾਂਗੇ, ਦ ਪ੍ਰੋਡਕਸ਼ਨ ਇਜ਼ ਮੋਰ ਐਜ਼ ਕੰਪੇਅਰ ਟੂ देयर ਕੰਜ਼ੰਪਸ਼ਨ except Germany, Germany ਤੋਂ ਇਲਾਵਾ, because in this country the consumption is more but the production is least। ਸੋ ਤੁਹਾਡਾ ਪੂਰਾ ਚਾਰਟ ਦੋ ਲਾਈਨਾਂ 'ਚ ਐਕਸਪਲੇਨ ਹੋ ਗਿਆ। ਤੀਸਰੀ ਲਾਈਨ ਜਿਹੜੀ ਸਟੂਡੈਂਟਸ ਤੁਸੀਂ ਲਿਖਣੀ ਹੈ that is China is the leading nation and China is the most, ਕਹਿ ਸਕਦੇ ਹਾਂ is the topmost nation, the production and consumption of which is the highest followed by United States। ਸੋ ਇਸ ਤਰੀਕੇ ਦੇ ਨਾਲ ਸਟੂਡੈਂਟ ਸਾਡੀਆਂ ਦੋ ਲਾਈਨਾਂ ਇਸ ਚਾਰਟ ਦੇ ਵਿੱਚ ਬਣਨੀਆਂ ਸੀਗੀਆਂ ਕਿ ਇੱਕ ਤਾਂ ਅਗਰ ਆਪਾਂ ਓਵਰਆਲ ਪਰਸਪੈਕਟਿਵ ਤੋਂ ਦੇਖੀਏ ਤੇ ਪ੍ਰੋਡਕਸ਼ਨ ਸਾਰੀਆਂ ਹੀ ਕੰਟਰੀਜ਼ ਦੀ ਜ਼ਿਆਦਾ ਸੀ ਐਜ਼ ਕੰਪੇਅਰ ਟੂ ਕੰਜ਼ੰਪਸ਼ਨ ਐਕਸੈਪਟ ਜਰਮਨੀ, ਜਰਮਨੀ ਤੋਂ ਇਲਾਵਾ, ਬਿਕੋਜ਼ ਜਰਮਨੀ ਦੇ ਵਿੱਚ ਜਿਹੜੀ ਕੰਜ਼ੰਪਸ਼ਨ ਜ਼ਿਆਦਾ ਸੀਗੀ ਐਜ਼ ਕੰਪੇਅਰ ਟੂ ਪ੍ਰੋਡਕਸ਼ਨ। ਇਹ ਸਾਡਾ ਓਵਰਆਲ ਪਰਸਪੈਕਟਿਵ ਆ। ਉਸ ਤੋਂ ਬਾਅਦ ਅਸੀਂ ਕੀ ਲਿਖ ਸਕਦੇ ਹਾਂ, ਚਾਈਨਾ ਇਜ਼ ਦਾ ਲੀਡਿੰਗ ਨੇਸ਼ਨ in terms of both production and consumption followed by United States। ਸੋ ਚਾਈਨਾ ਜਿਹੜੀ ਆ ਉਹ ਟੌਪ ਕੰਟਰੀ ਆ ਕੰਜ਼ੰਪਸ਼ਨ ਵਿੱਚ ਵੀ ਪ੍ਰੋਡਕਸ਼ਨ ਵਿੱਚ ਵੀ, ਤੇ ਇਸ ਤੋਂ ਬਾਅਦ ਜਿਹੜੀ ਹੈ ਸਾਡੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹੜੀ ਆ ਆਉਂਦੀ ਆ। ਸਟੂਡੈਂਟਸ ਤੁਸੀਂ ਕੀ ਕਰਨਾ, ਦੇਖੋ ਡਿਟੇਲਸ ਇਹਦੀਆਂ ਮੈਂਸ਼ਨ ਕਰ ਸਕਦੇ ਆ, ਮੈਂ ਓਵਰਆਲ ਪਰਸਪੈਕਟਿਵ ਸਮਝਾ ਰਿਹਾ, ਬਾਕੀ ਡਿਟੇਲ ਨੂੰ ਤੁਸੀਂ ਮੈਂਸ਼ਨ ਕਰ ਸਕਦੇ ਆ। ਸੋ ਇਸ ਤਰੀਕੇ ਨਾਲ ਸਟੂਡੈਂਟ ਵਿਦਿਨ 2 to 3 ਮਿੰਟਸ ਅਗਰ ਤੁਸੀਂ ਚਾਰਟ ਨੂੰ ਸਮਝ ਲੈਂਦੇ ਆ ਤਾਂ ਤੁਹਾਨੂੰ ਲਿਖਣ ਦੇ ਵਿੱਚ ਪ੍ਰੋਬਲਮ ਕਦੀ ਵੀ ਨਹੀਂ ਆਊਗੀ। ਇਸ ਚਾਰਟ ਦੇ ਵਿੱਚ ਅਸੀਂ ਕਰ ਕੀ ਸਕਦੇ ਹਾਂ ਸਟੂਡੈਂਟਸ, ਅਸੀਂ ਨੰਬਰ ਫਸਟ ਲਿਖਾਂਗੇ, ਨੰਬਰ ਸੈਕੰਡ ਲਿਖਾਂਗੇ, ਉਸ ਤੋਂ ਬਾਅਦ ਅਸੀਂ ਨੰਬਰ ਥਰਡ ਨੂੰ ਵੀ ਲਿਖ ਸਕਦੇ ਹਾਂ। ਆਹ ਜਿਹੜੀਆਂ ਸਾਡੀਆਂ ਸਟੂਡੈਂਟਸ ਕੰਜ਼ੰਪਸ਼ਨ ਹੈਗੀ ਇਹਨਾਂ ਨੂੰ ਆਪਾਂ ਇਕੱਠੇ ਲਿਖ ਦੇਵਾਂਗੇ। ਆਹ ਸਾਰੀਆਂ ਕੰਟਰੀਜ਼ ਨੂੰ ਆਪਾਂ ਇਕੱਠੇ ਲਿਖ ਸਕਦੇ ਹਾਂ ਐਕਸੈਪਟ ਜਰਮਨੀ, ਬਿਕੋਜ਼ ਇਹਦਾ ਟ੍ਰੈਂਡ ਆਪੋਜ਼ਿਟ ਆ। ਸੋ ਇਹਨੂੰ ਮੈਂ ਔਨ ਦਾ ਅਦਰ ਹੈਂਡ ਕਰਕੇ ਅਲੱਗ ਪੈਰੇ ਦੇ ਵਿੱਚ ਲਿਖ ਦੂੰਗਾ। ਸੋ ਸਟੂਡੈਂਟ ਹੋਪ ਹੈ ਤੁਹਾਨੂੰ ਸਮਝ ਲੱਗਿਆ ਹੋਊਗਾ ਕਿਵੇਂ ਲਿਖਣਾ। ਇੱਕ ਐਗਜ਼ਾਮਪਲ ਹੋਰ ਲਵਾਂਗਾ ਇਸੇ ਤਰੀਕੇ ਦੇ ਨਾਲ ਤਾਂ ਕਿ ਤੁਹਾਨੂੰ ਥੋੜੀ ਜਿਹੀ ਪ੍ਰੈਕਟਿਸ ਹੋਰ ਹੋ ਜਾਵੇ, ਐਂਡ ਦੈਟ ਇਜ਼ ਅ ਪਾਈ ਚਾਰਟ। ਸੋ ਸਟੂਡੈਂਟਸ ਤੁਹਾਡੀ ਸਕਰੀਨ ਦੇ ਉੱਤੇ ਇੱਕ ਹੋਰ ਪਾਈ ਚਾਰਟ ਆ ਚੁੱਕਿਆ, ਔਰ ਇਸ ਪਾਈ ਚਾਰਟ ਦੀ ਅਗਰ ਆਪਾਂ ਇੰਟਰੋਡਕਸ਼ਨ ਪੜ੍ਹੀਏ ਤਾਂ ਯੂ ਕੈਨ ਸੀ ਦ ਚਾਰਟਸ ਸ਼ੋ ਦ ਸਟੂਡੈਂਟਸ ਆਫ ਅ ਸੈਕੰਡਰੀ ਸਕੂਲ in the UK taking different subjects in 1995 and this year। so it means we are given students ਕਿਹੜੇ ਆ, ਇੱਕ ਸੈਕੰਡਰੀ ਸਕੂਲ ਦੇ ਸਟੂਡੈਂਟਸ ਆ, ਉਹ ਵਾਲੇ ਸਟੂਡੈਂਟਸ ਜਿਨ੍ਹਾਂ ਨੇ ਅਲੱਗ-ਅਲੱਗ ਸਬਜੈਕਟਸ ਨੂੰ ਚੂਜ਼ ਕੀਤਾ ਸੀ 1995 ਐਂਡ ਦਿਸ ਈਅਰ ਦੇ ਵਿੱਚ। ਸੋ ਇਟ ਮੀਨਸ ਕਿ ਸਾਨੂੰ ਸਟੂਡੈਂਟਸ ਦੀ ਪਰਸੈਂਟੇਜ ਦਿੱਤੀ ਹੋਊਗੀ ਐਂਡ ਸਾਨੂੰ ਕੁਝ ਕੁ ਸਬਜੈਕਟਸ ਦਿੱਤੇ ਹੋਗੇ। ਲੈਟਸ ਗੋ ਇਨਟੂ ਦ ਚਾਰਟ। ਚਾਰਟ ਦੇ ਵਿੱਚ ਅਗਰ ਆਪਾਂ ਜਾਈਏ ਤਾਂ ਸਟੂਡੈਂਟ ਫਸਟ ਚਾਰਟ ਦਾ ਜਿਹੜਾ ਸਾਡਾ 1995 ਦਾ ਐਂਡ ਦਿਸ ਇਜ਼ ਅਬਾਊਟ ਦਾ ਪ੍ਰੈਜ਼ੈਂਟ। ਸੋ ਅਗਰ ਆਪਾਂ ਇਹਦੇ ਵਿੱਚ ਦੇਖੀਏ ਤਾਂ ਸਟੂਡੈਂਟਸ ਸਾਰੇ ਚਾਰਟ ਦੇ ਵਿੱਚੋਂ ਹਿਸਟਰੀ ਦੇ ਵਿੱਚ 26%, ਜਿਓਗ੍ਰਾਫੀ ਦੇ ਵਿੱਚ 21% ਐਂਡ ਉਸ ਤੋਂ ਬਾਅਦ ਅਗਰ ਆਪਾਂ ਦੇਖੀਏ ਤਾਂ ਬਿਜ਼ਨਸ ਐਂਡ ਆਰਟਸ। ਸੋ ਇਹ ਸਾਡੇ ਪਪੂਲਰ ਸਬਜੈਕਟ ਸੀਗੇ। ਉਸ ਤੋਂ ਬਾਅਦ ਅਗਰ ਆਪਾਂ ਐਟ ਪ੍ਰੈਜ਼ੈਂਟ ਗੱਲ ਕਰੀਏ, ਹਿਸਟਰੀ ਦੇ ਵਿੱਚ ਆਲਮੋਸਟ ਸੇਮ, ਜਿਓਗ੍ਰਾਫੀ ਦੇ ਵਿੱਚ ਆਲਮੋਸਟ ਸੇਮ, ਬਿਜ਼ਨਸ ਦੇ ਵਿੱਚ ਸੇਮ, ਆਰਟ ਦੇ ਵਿੱਚ ਡਿਕਰੀਜ਼ ਹੋ ਗਿਆ, IT, RS ਡਰਾਮਾ ਐਂਡ IT ਇਹ ਪਹਿਲਾਂ ਨਹੀਂ ਸੀਗੇ। ਸੋ ਥੀਜ਼ ਆਰ ਦਾ ਕੀ ਫੀਚਰਸ। ਫਸਟ ਆਫ ਆਲ ਕੀ ਕਹਾਂਗੇ ਅਸੀਂ ਕਿ ਇਨ 1995 ਜਾਂ ਅਰਲੀਅਰ ਹਿਸਟਰੀ ਐਂਡ ਜਿਓਗ੍ਰਾਫੀ ਵਰ ਦਾ ਮੋਰ ਪਪੂਲਰ ਸਬਜੈਕਟਸ ਐਜ਼ ਕੰਪੇਅਰ ਟੂ ਅਦਰਸ, ਜਾਂ ਆਪਾਂ ਕਹਿ ਸਕਦੇ ਹਾਂ ਹਿਸਟਰੀ, ਜਿਓਗ੍ਰਾਫੀ, ਬਿਜ਼ਨਸ ਐਂਡ ਆਰਟਸ were the popular subjects among the students. However, over the period, history and geography remained the topmost subjects, followed by business. But the interesting feature is that the RS and drama subjects have been replaced by the IT, and IT has become one of the top most taken subject at present. So ਇਸ ਤਰੀਕੇ ਨਾਲ ਅਗਰ ਆਪਾਂ ਦੇਖੀਏ ਸਟੂਡੈਂਟਸ, ਪਹਿਲਾਂ ਸਾਡੇ ਜਿਓਗ੍ਰਾਫੀ, ਹਿਸਟਰੀ, ਬਿਜ਼ਨਸ ਐਂਡ ਆਰਟ ਜਿਹੜੇ ਆ ਪਪੂਲਰ ਸਬਜੈਕਟ ਸੀਗੇ ਐਂਡ ਸਭ ਤੋਂ ਜ਼ਿਆਦਾ ਹਿਸਟਰੀ ਲਈ ਜਾਂਦੀ ਸੀਗੀ। ਇਹਨਾਂ ਨੂੰ ਆਪਾਂ ਮੈਂਸ਼ਨ ਨਹੀਂ ਕੀਤਾ ਬਿਕੋਜ਼ ਇਹਨਾਂ ਦੇ ਵਿੱਚ ਪਰਸੈਂਟੇਜ ਘੱਟ ਸੀਗੀ। ਐਟ ਪ੍ਰੈਜ਼ੈਂਟ ਜਿਓਗ੍ਰਾਫੀ ਐਂਡ ਹਿਸਟਰੀ ਦੇ ਐਂਡ ਬਿਜ਼ਨਸ ਦੇ ਵਿੱਚ ਆਲਮੋਸਟ ਸਿਮਿਲਰ ਨੰਬਰ ਆਫ ਸਟੂਡੈਂਟ ਜਾਂ ਸਿਮਿਲਰ ਪਰਸੈਂਟੇਜ ਆਫ ਸਟੂਡੈਂਟਸ ਹੀ ਹੈਗੇ ਆ। ਬਟ ਮੋਸਟ ਇੰਟਰਸਟਿੰਗ ਫੀਚਰ ਆ ਕਿ ਐਟ ਪ੍ਰੈਜ਼ੈਂਟ IT ਇਜ਼ ਦਾ ਮੋਸਟ ਪਪੂਲਰ ਸਬਜੈਕਟ, ਬਟ IT ਪਹਿਲਾਂ ਨਹੀਂ ਸੀਗਾ। ਇਸ ਕਰਕੇ ਆਪਾਂ ਕੀ ਲਿਖਾਂਗੇ ਕਿ RS ਐਂਡ ਡਰਾਮਾ were the least chosen subjects in 1995, but at present
these subjects have been replaced by the information technology, which is the most chosen, most liked, most preferred or most taken subject at present. Art, which was taken by only 15% students, is now taken by only 8% students. So ਆ ਸਟੂਡੈਂਟ ਸਾਡਾ ਚਾਰਟ ਆ। ਅਗਰ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਇਸ ਤਰੀਕੇ ਨਾਲ ਚਾਰਟ ਨੂੰ ਪਲਾਨ ਕਰੋ ਤਾਂ ਤੁਸੀਂ ਸਾਰੀ ਪਲੈਨਿੰਗ 1 ਜਾਂ 2 ਮਿੰਟ ਦੇ ਵਿੱਚ ਜਾਂ 5 ਮਿੰਟ ਦੇ ਵਿੱਚ ਵੀ ਕਰ ਲਓਗੇ ਤਾਂ ਤੁਸੀਂ 10 ਮਿੰਟ ਦੇ ਵਿੱਚ ਚਾਰਟ ਲਿਖ ਲਓਗੇ। ਹੋਪ ਹੈ ਮੈਂ ਅੱਜ ਥੋੜੀ ਸਪੀਡ ਨਾਲ ਇਸ ਕਰਕੇ ਸਮਝਾਇਆ ਤਾਂ ਕਿ ਤੁਹਾਨੂੰ ਸਮਝ ਲੱਗ ਸਕੇ। ਸਪੀਡ ਦੇ ਨਾਲ ਸਮਝੂਗੇ, ਸਪੀਡ ਦੇ ਨਾਲ ਚੀਜ਼ਾਂ ਨੂੰ ਦੇਖੋਗੇ, ਜਿੰਨੀ ਜਲਦੀ ਦੇਖੋਗੇ ਉਨੀ ਜਲਦੀ ਪਲੈਨਿੰਗ ਕਰੋਗੇ। ਇਸ ਤਰੀਕੇ ਨਾਲ ਪ੍ਰੈਕਟਿਸ ਕਰੋ ਤੇ ਤਾਂ ਕਿ ਤੁਸੀਂ ਆਪਣੇ ਚਾਰਟ ਨੂੰ ਈਜ਼ੀਲੀ ਸਮਝ ਸਕੋ। ਨੈਕਸਟ ਵੀਡੀਓ 'ਚ ਮਿਲਦੇ ਹਾਂ। ਥੈਂਕ ਯੂ।